ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ 'ਚ। ਐਸਡੀਐਮ ਸੰਜੀਵ ਸ਼ਰਮਾ ਦੇ ਵੱਲੋਂ ਮੁਕੱਦਮਾ ਦਰਜ ਤੋਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਖਹਿਰਾ ਥਾਣਾ ਭੁੱਲਰ ਦੇ ਵਿੱਚ ਪਹੁੰਚੇ ਨੇ। ਦੇਖੋ ਇਸ ਤਰ੍ਹਾਂ ਵਾ ਕਿ ਇੱਕ ਮੁਕੱਦਮਾ ਜਿਹੜਾ ਐਸਡੀਐਮ ਸਾਹਿਬ ਦੀ ਸ਼ਿਕਾਇਤ ਤੇ ਦਰਜ ਕੀਤਾ ਸੀ ਮੇਰੇ ਖਿਲਾਫ, ਉਸ ਵਿੱਚ ਮੈਨੂੰ ਕਪੂਰਥਲਾ ਦੀ ਸੈਸ਼ਨ ਕੋਰਟ ਨੇ ਐਂਟੀਸਿਪੇਟਰੀ ਬੇਲ ਦਿੱਤੀ ਸੀ, ਅਗਾਊਂ ਜ਼ਮਾਨਤ ਦਿੱਤੀ ਸੀ ਔਰ ਉਹਨਾਂ ਦੀ ਇਹ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰਨੀ। ਤੇ ਮੈਂ ਤਾਂ ਵੈਸੇ ਹੀ ਲਾਅ ਅਬਾਈਡਿੰਗ ਸਿਟੀਜ਼ਨ ਆ ਔਰ ਮੈਂ ਆਪਣੇ ਹਕੂਕ ਨੂੰ ਔਰ ਆਪਣੇ ਜਿਹੜੀਆਂ ਸਾਡੇ ਫਰਜ਼ ਨੇ, ਡਿਊਟੀਜ਼ ਨੇ, ਉਹਨੂੰ ਅੱਛੀ ਤਰ੍ਹਾਂ ਸਮਝਦਾ ਵਾਂ। ਤਾਂ ਮੈਂ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਆਇਆ ਸੀ। ਉਹ ਥੋੜ੍ਹਾ ਜਿਹਾ ਲੰਬਾ ਪ੍ਰੋਸੈਸ ਹੁੰਦਾ। ਉਹਦੇ 'ਚ ਉਹਨਾਂ ਨੇ ਮੇਰੀ ਸਟੇਟਮੈਂਟ ਰਿਕਾਰਡ ਕੀਤੀ ਆ, ਜਿਹੜੀ FIR ਹੋਈ ਆ ਕਿ ਐਸਡੀਐਮ ਨੇ ਫਲਾਣੀ ਤੁਹਾਡੀਆਂ ਸ਼ਿਕਾਇਤਾਂ ਕੀਤੀਆਂ। 2 ਇਸ਼ੂਜ਼ ਬਣਾਏ ਸੀ ਉਹਨਾਂ ਨੇ। ਉਹਦੇ 'ਚ ਉਹਨਾਂ ਕਿਹਾ ਜੀ 29 ਤਰੀਕ ਨੂੰ ਮੇਰੇ ਦਫ਼ਤਰ ਨੂੰ ਅੰਗਰੇਜ਼ੀ 'ਚ ਲਫ਼ਜ਼ ਹੈਗਾ ਹੀ ਲੇਡ ਸੀਜ਼ ਟੂ ਮਾਈ ਆਫਿਸ। ਸੀਜ਼ ਹੁੰਦਾ ਕਿ ਉਹਦੇ ਦਫ਼ਤਰ ਦੇ ਉੱਤੇ ਕਬਜ਼ਾ ਕਰ ਲੈਣਾ। ਤੇ ਇੱਕ 10 ਅਪ੍ਰੈਲ ਨੂੰ ਇਸੇ ਤਰ੍ਹਾਂ ਹੀ ਮੇਰੇ ਦਫ਼ਤਰ ਵਿੱਚ ਆਣ ਕੇ ਮੇਰੇ ਦਫ਼ਤਰ ਨੂੰ ਘੇਰ ਲਿਆ ਔਰ ਨਾਲੇ ਮੈਨੂੰ ਡਰਾਇਆ, ਧਮਕਾਇਆ, ਅਪਮਾਨਜਨਕ ਸ਼ਬਦ ਵਰਤੇ ਔਰ ਇੱਥੋਂ ਤੱਕ ਕਿ ਮੈਨੂੰ ਬੰਦਕ ਬਣਾਇਆ। ਇਹ ਹੁਣ ਸਾਰਾ ਕੁਝ ਜੋ ਕੁਝ ਮੈਂ ਉੱਥੇ ਸਟੇਟਮੈਂਟ ਦੇ ਕੇ ਆਇਆ, ਉਹ ਜਿੱਦਣ ਸਾਡੇ ਦੋਨੋਂ ਸੀਗਾ, ਇੱਕ ਦਿਨ ਤਾਂ ਧਰਨਾ ਸੀ 10 ਅਪ੍ਰੈਲ ਦਾ, ਉਹਦਾ ਕਿਸਾਨਾਂ ਦੀ ਗਿਰਦਾਵਰੀਆਂ ਨਹੀਂ ਸੀ ਹੋ ਰਹੀਆਂ, ਕਣਕਾਂ ਦਾ ਮੁਆਵਜ਼ਾ ਨਹੀਂ ਸੀ ਮਿਲ ਰਿਹਾ। ਅਸੀਂ ਬਿਲਕੁਲ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ। ਉਸ ਧਰਨੇ ਵਿੱਚ ਇਨਫੈਕਟ ਐਸਡੀਐਮ ਸਾਹਿਬ ਆਪ ਖੁਦ ਬਾਹਰ ਆਏ ਨੇ ਔਰ ਮਾਈਕ ਦੇ ਉੱਤੇ ਆਣ ਕੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਸਾਡੇ ਕੋਲ ਪਟਵਾਰੀਆਂ ਦੀ ਸ਼ਾਰਟੇਜ ਆ ਤੇ ਜਦੋਂ ਅਸੀਂ ਛੇਤੀ ਤੋਂ ਛੇਤੀ ਗਿਰਦਾਵਰੀਆਂ ਕਰਾ ਕੇ ਤੁਹਾਨੂੰ ਮੁਆਵਜ਼ਾ ਦਵਾਵਾਂਗੇ। ਜੇ ਮੈਂ ਬੰਦਕ ਬਣਾਉਣਾ ਹੁੰਦਾ ਤੇ ਫਿਰ ਮਾਈਕ ਤੇ ਕਿੱਦਾਂ ਆਣ ਕੇ ਐਸਡੀਐਮ ਸਾਹਿਬ ਬੋਲਦੇ? ਜੇ ਮੈਂ ਉਹਨੂੰ ਕੋਈ ਅਪਸ਼ਬਦ ਬੋਲਦਾ, ਗਾਲੀ ਗਲੋਚ ਕਰਦਾ, ਹੀ ਵੁਡਨਟ ਹੈਵ ਡਨ ਦੈਟ। ਔਰ ਮੇਰੀ ਉਸ ਤੋਂ ਪਹਿਲਾਂ ਧਰਨੇ ਤੋਂ ਡੀਸੀ ਸਾਹਿਬ ਨਾਲ ਗੱਲ ਹੋਈ ਸੀਗੀ। ਉਹਨਾਂ ਨੇ ਕਿਹਾ ਕਿ ਧਰਨਾ ਦੇ ਰਹੇ ਆ, ਆਪਣੇ ਐਸਡੀਐਮ ਸਾਹਿਬ ਨੂੰ ਕਹਿਣਾ ਕਿ ਤੁਸੀਂ ਆਣ ਕੇ ਇੱਕ ਵਾਰੀ ਲੋਕਾਂ ਨੂੰ ਯਕੀਨ ਦਿਵਾਉਣਾ, ਅਸੀਂ ਧਰਨਾ ਉਦੋਂ ਖਤਮ ਕਰ ਦਿਆਂਗੇ। ਉਹਨਾਂ ਨੇ ਮੇਰੀ ਸਪੀਚ ਦੇ ਐਂਡ ਵਿੱਚ ਆਣ ਕੇ ਇਹ ਯਕੀਨ ਦਿਵਾਤਾ, ਅਸੀਂ ਉੱਥੋਂ ਧਰਨਾ ਖਤਮ ਕਰਦੇ। ਇਹ ਸਾਰਾ ਕੁਝ ਮੈਂ ਹੁਣ ਪੁਲਿਸ ਨੂੰ ਪੈਨ ਡਰਾਈਵ 'ਚ ਪਾ ਕੇ, ਕਿਉਂਕਿ ਇਹ ਸਾਰਾ ਕੁਝ ਸੋਸ਼ਲ ਮੀਡੀਆ ਮੇਰੇ ਫੇਸਬੁੱਕ ਅਕਾਊਂਟ 'ਤੇ ਅੱਜ ਵੀ ਅਵੇਲੇਬਲ ਹੈ, ਕਿਸੇ ਹੋਰ ਨੇ ਵੀ ਦੇਖਣਾ ਹੋਵੇ ਦੇਖ ਸਕਦਾ। ਦੂਸਰਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਜੀ ਮੈਂ 29 ਮਾਰਚ ਉਹਨਾਂ ਦੇ ਨਾਲ ਉਹੀ ਇਲਜ਼ਾਮ ਫਿਰ ਕੇ ਬਦਕਲਾਮੀ ਕੀਤੀ, ਧਮਕਾਇਆ, ਜਾਨੋਂ ਮਾਰਨ ਦੀ ਧਮਕੀ ਦਿੱਤੀ, ਦਫ਼ਤਰ ਨੂੰ ਘੇਰ ਲਿਆ। ਉਹ ਸਾਰੀ ਗੱਲ ਵੀ ਸੋਸ਼ਲ ਮੀਡੀਆ 'ਤੇ ਲਾਈਵ ਅਵੇਲੇਬਲ ਹੈ। ਉਹ ਵੀ ਮੈਂ ਪੈਨ ਡਰਾਈਵ 'ਚ ਪਾ ਕੇ SHO ਭੁਲੱਥ ਨੂੰ ਦੇ ਦਿੱਤੀ। ਉਹਦੇ 'ਚ ਕੀ ਹੋਇਆ ਸੀਗਾ ਕਿ ਇਹ ਸਾਡੇ ਇਲਾਕੇ ਦੇ ਵਿੱਚ ਇੱਕ ਹਾਰਿਆ ਹੋਇਆ ਜਿਹਦੀ ਜ਼ਮਾਨਤ ਜ਼ਬਤ ਆ, ਉਹ ਨੀਂਹ ਪੱਥਰ ਰੱਖਣ ਲੱਗ ਗਿਆ ਸੀ ਪਿੰਡਾਂ 'ਚ ਵਿਕਾਸ ਕਾਰਜਾਂ। ਜਿਹੜਾ ਬੰਦਾ ਕਦੀ ਪੰਚ ਵੀ ਨਹੀਂ ਮਾੜਾ, ਉਹਦਾ ਅਧਿਕਾਰ ਨਹੀਂਗਾ। ਔਰ ਪ੍ਰੋਟੋਕੋਲ ਦੇ ਹਿਸਾਬ ਨਾਲ MLA ਜਿਹੜਾ ਉਹਦਾ ਰੁਤਬਾ ਚੀਫ ਸੈਕਟਰੀ ਤੋਂ ਉੱਪਰ ਗਿਣਿਆ ਗਿਆ ਵਾ। ਤਾਂ ਮੈਂ SDM ਨੂੰ ਪਹਿਲਾਂ ਸ਼ਿਕਾਇਤ ਕੀਤੀ। ਮੈਂ ਕਿਹਾ ਜੀ ਆਹ ਬਰਿਆਰ ਪਿੰਡ ਵਿੱਚ ਗਲਤ ਨੀਂਹ ਪੱਥਰ ਰੱਖ ਰਹੇ ਨੇ, ਹਟਾਓ। ਉਹ ਮੈਨੂੰ ਕਹਿੰਦੇ ਥੋੜ੍ਹਾ ਟਾਈਮ ਦੇ ਦਿਓ। ਅਸੀਂ ਹਫ਼ਤਾ 7-8 ਦਿਨ ਵੇਟ ਕਰਨ ਤੋਂ ਬਾਅਦ 29 ਤਰੀਕ ਨੂੰ ਕੁਝ 20-25 ਅੱਛੇ ਪਤਵੰਤੇ ਸੱਜਣ, ਪੰਚਾਇਤਾਂ ਦੇ ਸਰਪੰਚ, ਸਾਬਕ ਚੇਅਰਮੈਨ, ਮਾਰਕੀਟ ਕਮੇਟੀ ਵਗੈਰਾ, ਅਸੀਂ ਚਲੇ ਜਾਂਦੇ ਹਾਂ SDM ਦਫ਼ਤਰ ਭੁਲੱਥ। ਜਦੋਂ ਦਫ਼ਤਰ ਗਏ SDM ਆਪ ਹੈ ਨਹੀਂ ਸੀਗੇ। ਮੈਂ ਉਹਨਾਂ ਨੂੰ ਉੱਥੋਂ ਕਾਲ ਲਾ ਕੇ ਜਿਹੜੀ ਗੱਲ ਕੀਤੀ ਉਹ ਸੋਸ਼ਲ ਮੀਡੀਆ 'ਤੇ ਲਾਈਵ ਅਵੇਲੇਬਲ ਹੈ। ਉਹਦੀ ਵੀ ਪੈਨ ਡਰਾਈਵ ਬਣਾ ਕੇ ਇੱਥੇ ਉਹ ਸਾਰੀ ਕਨਵਰਸੇਸ਼ਨ 'ਚ ਮੈਂ ਕਿਤੇ SDM ਨੂੰ ਕੋਈ ਗਾਲ ਨਹੀਂ ਕੱਢੀ, ਕੋਈ ਉਹਨੂੰ ਜਾਨੋਂ ਮਾਰਨ ਦੀ ਧਮਕੀ ਨਹੀਂ ਦਿੱਤੀ, ਕੋਈ ਉਹਦਾ ਦਫ਼ਤਰ ਨੂੰ ਉਹਨੂੰ ਬੰਦਕ ਨਹੀਂ ਬਣਾਇਆ। ਹੋ ਕਹਿੰਦਾ ਮੈਂ ਇੱਕ ਬੰਦਕ, ਜਦ ਮੈਂ ਭੁਲੱਥ ਵਿੱਚ ਬੈਠਾ ਵਾਂ, ਉਹ ਮੈਨੂੰ ਕਹਿ ਰਹੇ ਸੀ ਮੈਂ ਆਪਣੇ ਫਗਵਾੜੇ ਜਾਂ ਪਤਾ ਨਹੀਂ ਕਿੱਥੇ ਘਰ ਆਪਣੇ ਇੱਕ ਪੂਜਾ ਕਰਵਾ ਰਿਹਾ। ਤੇ ਬੰਦਕ ਕਿੱਦਾਂ ਬਣ ਸਕਦਾ? ਆਦਮੀ ਟੈਲੀਫੋਨ ਤੇ ਬੰਦਕ ਬਣ ਸਕਦਾ ਵਾ? ਸੋ ਇਸ ਤਰ੍ਹਾਂ ਦੀਆਂ ਬੇਬੁਨਿਆਦ ਗੱਲਾਂ ਸੀਗੀਆਂ ਮੇਰੇ ਖਿਲਾਫ। ਅਸਲ 'ਚ ਕਹਾਣੀ ਕੀ ਆ ਕਿ ਇਹ ਪਰਚਾ ਪੋਲੀਟੀਕਲੀ ਮੋਟੀਵੇਟਡ ਆ। ਇਹ ਭਗਵੰਤ ਮਾਨ ਦੀ ਸਿੱਧੀ ਡਾਇਰੈਕਸ਼ਨਸ ਤੇ, ਕਿਉਂਕਿ ਜਿਸ ਢੰਗ ਦੇ ਨਾਲ ਵਿਧਾਨ ਸਭਾ 'ਚ ਮੇਰੇ ਦਾ ਉਹਦਾ ਵਿਵਹਾਰ ਸੀਗਾ, ਉਦੋਂ ਹੀ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਤਿਆਰੀ ਕਰ ਲਓ, ਇਹ ਪਰਚੇ ਦਰਜ ਕਰਨਗੇ। ਤਾਂ ਉਹਨਾਂ ਨੇ ਪਰਚਾ ਤਾਂ ਦਰਜ ਕੀਤਾ ਕਿਉਂਕਿ ਮੈਂ ਕਟਾਰੂ ਚੱਕ ਮਿਨਿਸਟਰ ਦੇ ਖਿਲਾਫ 2 ਅਸ਼ਲੀਲ ਵੀਡੀਓ ਕਲਿੱਪਸ ਦੇ ਕੇ ਆਇਆ ਗਵਰਨਰ ਨੂੰ। ਗਵਰਨਰ ਨੇ ਫਾਰਵਰਡ ਕਰ ਦਿੱਤੇ ਪੰਜਾਬ ਸਰਕਾਰ ਨੂੰ, ਉਹਦੀ ਆਥੈਂਟਿਸਿਟੀ ਵੈਰੀਫਾਈ ਫੋਰੈਂਸਿਕ ਲੈਬ ਤੋਂ ਕਰਾਉਣ ਤੋਂ ਬਾਅਦ। ਤੇ ਉਹਦੇ ਤੇ ਹੁਣ ਪੰਜਾਬ ਸਰਕਾਰ ਗਈ ਫਸ ਤੇ ਉਹਨਾਂ ਨੇ ਕਿਹਾ ਚੰਗਾ ਠੀਕ ਹੈ, ਆਪਾਂ ਖਹਿਰੇ ਦੇ ਨਾਲ ਬਦਲਾਖੋਰੀ 'ਚ ਪਰਚਾ ਦਰਜ ਕਰਦੇ। ਇਹ ਜਿਹੜਾ ਪਰਚਾ SDM ਨੇ ਦਰਜ ਕਰਾਇਆ, ਪਹਿਲਾਂ ਬੇਲੇਬਲ ਸੈਕਸ਼ਨ ਸੀਗੇ, ਉਹਨਾਂ ਇਹਦੇ ਕੋਲੋਂ ਫਿਰ ਦੁਬਾਰਾ ਸ਼ਿਕਾਇਤ ਲਈ ਪ੍ਰਕਿਓਰ ਕਹਿੰਦੇ, ਜਿਹਨੂੰ ਸ਼ਿਕਾਇਤ ਪ੍ਰਕਿਓਰ ਕੀਤੀ ਗਈ। ਮੇਰਾ ਖਿਆਲ SDM ਬਜ਼ਾਤੇ ਖੁਦ ਸ਼ਰੀਫ ਆਦਮੀ ਆ ਔਰ ਮੈਨੂੰ ਪੂਰਨ ਆਸ ਆ ਕਿ ਜਿੱਦਣ ਵੀ ਅਦਾਲਤ 'ਚ ਕੋਈ ਬਿਆਨ ਹੋਣਗੇ ਮੇਰੇ ਹੱਕ 'ਚ ਭੁਗਤੇ ਗਏ। ਤੇ ਉਹਨਾਂ ਨੇ ਬਾਅਦ 'ਚ ਨਾਨ ਬੇਲੇਬਲ ਸੈਕਸ਼ਨ ਲਾਤੇ 353 ਤਾਂ ਕਿ ਮੈਨੂੰ ਅਰੈਸਟ ਕੀਤਾ ਜਾਵੇ। ਜਲੰਧਰ ਦੀ ਚੋਣ ਚੱਲਦੀ ਸੀਗੀ, ਚੋਣ 'ਚ ਖਲਲ ਨਾ ਪਵੇ, ਕਟਾਰੂ ਚੱਕ ਦਾ ਜਵਾਬ ਨਾ ਦੇਣਾ ਪਵੇ। ਉਸ ਤੋਂ ਬਾਅਦ ਇੱਕ ਹੋਰ ਮਲਟੀਪਲ FIR ਦਰਜ ਕੀਤੀ ਜਿਹੜੀ ਕਿ ਗੁਪਤ ਰੱਖੀ ਗਈ ਆ, ਜਿਹਦਾ ਹਲੇ ਕਿ ਅਣਪਛਾਤੇ ਬੰਦਿਆਂ ਦੇ ਖਿਲਾਫ ਹੈ, ਲੇਕਿਨ ਕੰਟੈਂਟ FIR ਦਾ ਮੇਰੇ ਪਰਿਵਾਰ ਔਰ ਇੱਥੋਂ ਤੱਕ ਭਗਵੰਤ ਮਾਨ ਦਾ ਗਿਰਨਾ ਠੀਕ ਨਹੀਂਗਾ ਕਿ ਉਸਨੇ ਮੇਰੇ ਪਿਤਾ ਜੀ ਜਿਹੜੇ ਸਵਰਗਵਾਸੀ ਨੇ ਸਰਦਾਰ ਸੁਖਜਿੰਦਰ ਸਿੰਘ, ਉਹਨਾਂ ਦਾ ਵੀ ਨਾਮ ਲਿਖਿਆ। ਮੇਰੀ ਘਰਵਾਲੀ ਜਿਹੜੀ ਉਹਦਾ ਨਾਮ ਵੀ FIR 'ਚ ਦਰਜ ਕੀਤਾ ਔਰ 36 ਸਾਲ ਪੁਰਾਣਾ ਰਿਕਾਰਡ ਕੱਢ ਲਿਆ ਰੈਵਨਿਊ ਦਾ। 36 ਇਅਰਸ 올ਡ, ਕੋਈ 86, ਮੈਂ ਉਦੋਂ ਵਾਹਦ ਮੈਂ ਕਿਹਾ 20-21 ਸਾਲ ਦਾ ਹੋਊਗਾ।
ਇਸ ਕਰਕੇ ਇਹ ਸਾਰਾ ਕੁਝ ਕਲੀਅਰ ਕੱਟ ਨਜ਼ਰ ਆ ਰਿਹਾ ਕਿ ਦਿਸ ਇਜ਼ ਪੋਲਿਟਿਕਸ ਆਫ ਵੈਂਡੇਟਾ, ਬਦਲਾਖੋਰੀ ਔਰ ਬੰਦੇ ਨੂੰ ਡਰਾਉਣਾ ਧਮਕਾਉਣਾ ਫੜ ਕੇ ਅੰਦਰ ਦੇਣਾ। ਜੋ ਪਹਿਲਾਂ ਕਰਦੀਆਂ ਸਰਕਾਰਾਂ ਉਹਦੇ ਤੋਂ ਘੱਟ ਨਹੀਂ, ਉਹਦੇ ਤੋਂ 2 ਕਦਮ ਵੱਧ ਭਗਵੰਤ ਸਿੰਘ ਮਾਨ ਕਰ ਰਿਹਾ। ਔਰ ਸਿਰਫ ਇਸ ਕਰਕੇ ਕਿਉਂਕਿ ਮੈਂ ਲਾਲਚੰਦ ਕਟਾਰੂ ਚੱਕ ਦਾ ਮਸਲਾ ਚੱਕ ਰਿਹਾ ਔਰ ਮੈਂ ਚੱਕਦਾ ਰਹੂੰਗਾ ਜਦ ਤੱਕ ਇਸ ਦਾ ਅਸਤੀਫਾ ਨਹੀਂ ਹੋਊਗਾ। ਮੈਂ ਆਪਣੀ ਪਾਰਟੀ 'ਚ ਮਤਾ ਰੱਖ ਦਿੱਤਾ ਕਿ ਇੱਕ ਮਾਰੋ ਧਰਨਾ ਇਹਦੇ ਜ਼ਿਲ੍ਹੇ ਦੇ ਵਿੱਚ ਜਾ ਕੇ, ਨਹੀਂ ਮੰਨਣਗੇ ਤਾਂ ਚੀਫ ਮਿਨਿਸਟਰ ਦੇ ਘਰ ਦਾ ਘਿਰਾਓ ਕਰੋ, ਧਰਨਾ ਮਾਰੋ, ਤਾਂ ਕਿ ਇਸ ਦਾਗੀ ਮਿਨਿਸਟਰ ਨੂੰ ਜਿਹੜਾ ਹੂ ਹੈਜ਼ ਬੀਨ ਕੌਟ ਔਨ ਕੈਮਰਾ ਫॉर ਸੈਕਸ਼ੂਅਲ ਮਿਸਕੰਡਕਟ। ਔਰ ਫਿਰ ਕਹਿੰਦਾ ਜੀ ਭਗਵੰਤ ਮਾਨ ਕਹਿੰਦਾ ਜੀ ਨਹੀਂ ਇਹ ਤਾਂ ਜੀ ਸਾਡਾ ਇਹਦਾ ਪਰਸਨਲ ਲਾਈਫ, ਇਹ ਪਰਸਨਲ ਲਾਈਫ ਨਹੀਂ ਕਿ ਭਗਵੰਤ ਸਿੰਘ ਮਾਨ ਉਹ ਮੁੰਡਾ ਜਿਹੜਾ ਜਿਹਦਾ ਸ਼ੋਸ਼ਣ ਕੀਤਾ ਗਿਆ, ਉਹ ਨੈਸ਼ਨਲ ਕਮਿਸ਼ਨ ਫॉर ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਦਿੱਲੀ ਵਿੱਚ ਪੇਸ਼ ਹੋਇਆ। ਉਹਨੇ ਸ਼ਿਕਾਇਤ ਕੀਤੀ ਕਿ ਪਿਛਲੇ 10 ਸਾਲ ਤੋਂ ਮੰਤਰੀ ਮੈਨੂੰ ਵਰਤ ਰਿਹਾ ਸੀਗਾ, ਸ਼ਰਾਬ ਪਿਲਾਉਂਦਾ ਸੀ, ਮੈਨੂੰ ਲਾਲਚ ਦਿੰਦਾ ਸੀ, ਮੈਨੂੰ ਡਰਾਉਂਦਾ ਧਮਕਾਉਂਦਾ ਸੀ, ਮੈਨੂੰ ਇਕੱਲੇ ਨੂੰ ਲਿਜਾ ਕੇ, ਉਸ ਵੇਲੇ ਕਮਿਊਨਿਸਟ ਸੀਗਾ, ਉਹ ਆਪਣੇ ਦਫ਼ਤਰ ਦੇ ਵਿੱਚ ਜਾ ਕੇ ਮੇਰੇ ਨਾਲ ਬਦਫੈਲੀਆਂ ਕਰਦਾ ਸੀ। ਦਿਸ ਇਜ਼ ਨਾਟ ਅ ਪਰਸਨਲ ਲਾਈਫ ਭਗਵੰਤ ਮਾਨ, ਦਿਸ ਇਜ਼ a concrete allegation against your minister which demands immediate dismissal and arrest of that minister। ਨਹੀਂ ਕਰਨਗੇ ਤਾਂ ਸਾਡੀ ਜਦੋਜਹਿਦ ਜਿਹੜੀ ਉਦੋਂ ਤੱਕ ਚੱਲਦੀ ਰਹੇਗੀ। ਜਿਹੜੀ 30 ਨੰਬਰ FIR ਹੋਈ ਜਿਹਦੇ ਬਾਰੇ ਤੁਸੀਂ ਕਹਿ ਰਹੇ ਸੀ, ਉਹਦੇ ਚ ਕੀ ਹੈਗੀ ਡਿਟੇਲਸ ਉਹਦੇ ਬਾਰੇ? ਮੈਂ ਤੁਹਾਨੂੰ ਦੱਸ ਰਿਹਾ ਨਾ ਕਿ 30 ਨੰਬਰ 36 ਸਾਲ ਪੁਰਾਣੇ ਕੋਈ 3 ਇੰਤਕਾਲ ਕੱਢੇ ਨੇ। ਉਹਨਾਂ ਇੰਤਕਾਲਾਂ ਦੇ ਆਧਾਰ ਦੇ ਉੱਤੇ ਹਲੇ ਇੱਕ ਕੀ ਕਹਿੰਦੇ ਅਣਪਛਾਤੇ ਬੰਦਿਆਂ ਦੇ ਖਿਲਾਫ, ਲੇਕਿਨ ਉਸ FIR ਵਿੱਚ ਸਟੋਰੀ ਸਾਰੀ ਜਿਹੜੀ ਆ ਉਹ ਸਾਡੇ ਪਰਿਵਾਰ ਦੇ 3 ਮੈਂਬਰਾਂ ਦੇ ਖਿਲਾਫ ਆ। ਜਿੱਦਾਂ ਬਾਕੀ FIR ਆ ਮੇਰੇ ਤੇ ਹੁਣ ਦੇਖੋ 13 FIRs ਹੋ ਚੁੱਕੇ, ਮੈਂ ਗਿਣ ਰਿਹਾ ਸੀਗਾ ਪਿਛਲੇ 25 ਸਾਲ ਦੇ ਪੋਲੀਟੀਕਲ ਕਰੀਅਰ 'ਚ, ਉਹ ਕੋਈ ਵੀ ਨਹੀਂ ਟਿਕੀ, ਸਮੇਤ ED ਨਹੀਂ ਟਿਕੀ। ਇਸ ਕਰਕੇ ਕੋਈ ਨਹੀਂ ਟਿਕਣੀ, ਇਹ ਸਾਰੀਆਂ ਜਸਟ ਮਨ ਘੜਤ ਹੁੰਦੀਆਂ, ਬੇਬੁਨਿਆਦ, ਸਿਰਫ ਆਦਮੀ ਨੂੰ ਬਦਨਾਮ ਕਰਨ ਵਾਸਤੇ ਹੁੰਦੀਆਂ। ਕੁਝ ਤੁਸੀਂ ਸ਼ੰਕਾ ਜ਼ਾਹਰ ਕੀਤਾ ਸੀ ਕਿ 2 FIRs ਨੇ, ਇੱਕ 30 ਨੰਬਰ ਹੋ ਗਈ, ਉਸ ਤੋਂ ਇਲਾਵਾ ਹੋਰ ਇੱਕ ਜਿਹੜੀ 25 ਨੰਬਰ FIR ਸੀਗੀ ਜਿਹਦੇ ਨਾਨ ਬੇਲੇਬਲ ਸੈਕਸ਼ਨ ਐਡ ਕੀਤੇ। ਜਦੋਂ ਮੈਂ ਕਟਾਰੂ ਚੱਕ ਦਾ ਮਸਲਾ ਚੱਕਿਆ ਉਹ ਕਹਿੰਦੇ ਇਹਨੂੰ ਹੁਣ ਅਰੈਸਟ ਕਰੋ। ਮਾਮਲਾ ਸੀਗਾ ਕਿ ਅਸਲ 'ਚ ਕੀ ਹੁੰਦਾ ਪੋਲੀਟੀਕਲੀ ਕਿ ਇਲੈਕਸ਼ਨ ਚੱਲ ਰਹੀ ਸੀ ਜਲੰਧਰ ਦੀ, ਇਹਨਾਂ ਨੂੰ ਸੀਗਾ ਕਿ FIR ਦਰਜ ਕਰੋ ਤੇ ਇਹਨੂੰ ਅਰੈਸਟ ਕਰ ਲਓ, ਕਿਉਂਕਿ ਮੈਂ ਸਟਾਰ ਕੈਂਪੇਨਰ ਸੀਗਾ ਜਲੰਧਰ ਦੀ ਕਾਂਗਰਸ ਦਾ। ਤੇ ਦੂਸਰਾ ਮਸਲਾ ਹੁੰਦਾ ਵੀ ਕਿਸੇ ਤਰੀਕੇ ਨਾਲ ਬਾਕੀਆਂ ਨੂੰ ਧਮਕਾਓ, ਜਿੱਦਾਂ ਹੁਣ ਮੇਰੇ ਸਤਿਕਾਰਯੋਗ ਇਲਾਕੇ ਦੇ ਸਾਰੀ ਜਨਤਾ, ਇਹਨਾਂ ਨੂੰ ਮੈਸੇਜ ਜਾਵੇ ਕਿ ਅਸੀਂ ਤੁਹਾਡੇ ਲੀਡਰ ਨੂੰ ਜਿਹੜਾ ਹੈਗਾ ਵਾ ਉਹ ਅਸੀਂ ਡਰਾ ਲਿਆ ਵਾ, ਉਹਨੂੰ ਚੁੱਪ ਕਰਾ ਲਿਆ। ਪਰ ਮੈਂ ਫਿਰ ਕਹਿਣਾ ਚਾਹੁੰਦਾ, ਦੇਖੋ ਉਹ ਵਾਹਿਗੁਰੂ ਤੋਂ ਡਰ ਕੇ ਕਹਿਣਾ ਕਿ ਇਦਾਂ ਦੇ ਪਰਚਿਆਂ ਤੋਂ ਡਰਨ ਵਾਲਾ ਨਹੀਂ ਗਾ ਮੈਂ। ਇਹ ਭਗਵੰਤ ਮਾਨ ਨੂੰ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ, ਮੈਂ ਇਹਦੇ ਨਾਲ ਕੰਮ ਕੀਤਾ ਵਾ, ਫਿਰ ਪਤਾ ਨਹੀਂ ਕਿਉਂ ਮੂਰਖਤਾਈ ਕਰ ਰਿਹਾ। ਤੇ ਜੇ ਕੈਪਟਨ ਨਹੀਂ ਚੁੱਪ ਕਰਾ ਸਕੇ, ਬਾਦਲ ਨਹੀਂ ਕਰਾ ਸਕੇ, ਤੇ BJP ਨਹੀਂ ਕਰਾ ਸਕੀ, ਤੇ ED ਨਹੀਂ ਕਰਾ ਸਕੀ, ਤੇ ਆ ਜਿਹੜੀਆਂ ਦੁੱਕੀ ਤਿੱਕੀ FIR ਲੱਲੀ ਛੱਲੀ ਕਰਦੇ, ਮੈਂ ਇਹਦੇ ਨਾਲ ਡਰਨ ਵਾਲਾ ਨਹੀਂ ਗਾ। ਧੰਨਵਾਦ। ਇੱਕ ਇੱਕ ਹੋਰ ਸਵਾਲ ਹੈ ਜੀ, ਜਿਹੜਾ 30 ਨੰਬਰ FIR 'ਚ ਪਤਾ ਲੱਗਾ ਮਾਲ ਮਹਿਕਮਾ ਰਾਮਗੜ੍ਹ ਵਿਖੇ ਨਿਸ਼ਾਨਦੇਹੀ ਕਰ ਰਿਹਾ, ਉਹਦੇ ਅੱਜ ਉਹ ਇਹਦੇ ਲਈ ਨਹੀਂ ਗਿਆ, ਉਹ ਕੋਈ ਪੰਚਾਇਤੀ ਜ਼ਮੀਨ ਦਾ ਤੁਰੇ ਫਿਰਦੇ ਨੇ, ਉਹਦਾ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ। ਧੰਨਵਾਦ। ਤੇ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਕਦੇ ਵੀ ਮੈਂ SDM ਨੂੰ ਧਮਕਾਇਆ ਜਾਂ ਡਰਾਇਆ ਨਹੀਂ ਤੇ ਮੇਰੇ ਉੱਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ। ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮੈਂ ਦਫ਼ਤਰ ਸਮੇਂ ਜਾ ਰਿਹਾ ਸੀ ਤਾਂ ਜਿਹੜਾ ਮੇਰਾ ਪੇਜ ਆ ਉਹ ਵੀ ਲਾਈਵ ਚਲਾਇਆ ਗਿਆ ਸੀ ਤੇ ਜਿਹੜੀ ਸਾਰੀ ਰਿਕਾਰਡਿੰਗ ਆ ਉਹ ਪਈ ਹੈ ਤੇ ਤੁਸੀਂ ਕਦੇ ਵੀ ਦੇਖ ਸਕਦੇ ਹੋ, ਪਰੰਤੂ ਮੇਰੇ ਉੱਤੇ ਝੂਠੇ ਜਿਹੜੇ ਕੇਸ ਆ ਦਰਜ ਕੀਤੇ ਜਾ ਰਹੇ ਨੇ। ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਹਦਾਇਤਾਂ ਦੇ ਵਿੱਚ ਰਹਿ ਕੇ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ।